ਅੱਜ ਮੇਰੇ ਵਿਆਹ ਦੀ ਪਹਿਲੀ ਰਾਤ ਸੀ। ਮੈਂ ਕਮਰੇ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਕਮਰਾ ਬਹੁਤ ਹੀ ਸੋਹਣਾ ਲੱਗ ਰਿਹਾ ਸੀ। ਮੈਂ ਦੁਲਹਨ ਬਣੀ ਬੈੱਡ 'ਤੇ ਬੈਠੀ ਸੀ। ਮੇਰੇ ਲਈ ਉੱਥੇ ਸਭ ਲੋਕ ਅਜਨਬੀ ਸਨ। ਹਰ ਚਿਹਰਾ ਅਣਜਾਣ ਸੀ। ਮੇਰਾ ਪਤੀ ਮੇਰੇ ਕੋਲ ਹੀ ਬੈਠਾ ਸੀ। ਸਾਰੇ ਮੁਹੱਲੇ ਵਾਲੇ ਦੁਲਹਨ ਨੂੰ ਦੇਖਣ ਆਏ ਹੋਏ ਸਨ। ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਸੀ। ਭੁੱਖ ਨਾਲ ਵੀ ਬੁਰਾ ਹਾਲ ਸੀ। ਹੌਲੀ-ਹੌਲੀ ਕਰਕੇ ਸਾਰੇ ਚਲੇ ਗਏ। ਕਮਰੇ ਦਾ ਦਰਵਾਜ਼ਾ ਬੰਦ ਹੋਇਆ ਤਾਂ ਮੇਰਾ ਪਤੀ ਮੇਰੇ ਕੋਲ ਬੈਠ ਕੇ ਕਹਿਣ ਲੱਗਿਆ, ਤੂੰ ਕੱਪੜੇ ਬਦਲ ਲਏ। ਮੈਂ ਵਿਆਹ ਦਾ ਲਹਿੰਗਾ ਬਦਲ ਕੇ ਸਾਦਾ ਸੂਟ ਪਹਿਨ ਲਿਆ। ਮੈਨੂੰ ਇਸ ਸਮੇਂ ਬਹੁਤ ਭੁੱਖ ਲੱਗੀ ਹੋਈ ਸੀ, ਪਰ ਕੀ ਕਰਦੀ, ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ। ਮੇਰੇ ਪਤੀ ਨੂੰ ਮੇਰੀ ਥਕਾਨ ਨਾਲ ਕੋਈ ਮਤਲਬ ਨਹੀਂ ਸੀ। ਉਹ ਆਪਣੀ ਮਰਦਾਨਗੀ ਦਾ ਰੋਹਬ ਮੇਰੇ 'ਤੇ ਝਾੜਦਾ ਹੋਇਆ ਬੋਲਿਆ, ਦੇਖ, ਮੈਨੂੰ ਜ਼ਿਆਦਾ ਤਮਾਸ਼ਾ ਪਸੰਦ ਨਹੀਂ। ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲੈ। ਮੈਂ ਵਾਰ-ਵਾਰ ਤੈਨੂੰ ਇਹ ਗੱਲਾਂ ਨਹੀਂ ਕਹਾਂਗਾ। ਘਰ ਦੇ ਸਾਰੇ ਕੰਮ ਤੈਨੂੰ ਕਰਨੇ ਪੈਣਗੇ। ਖਾਣਾ ਬਣਾਉਣ ਤੋਂ ਲੈ ਕੇ ਝਾੜੂ ਪੋਚੇ ਤੱਕ ਤੈਨੂੰ ਸਭ ਕਰਨਾ ਪਵੇਗਾ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ ਸੋਚ ਰਹੀ ਸੀ ਕਿ ਮੇਰਾ ਪਤੀ ਮੈਨੂੰ ਕੋਈ ਤੋਹਫ਼ਾ ਦੇਵੇਗਾ, ਮੇਰੇ ਨਾਲ ਪਿਆਰ ਭਰੀਆਂ ਗੱਲਾਂ ਕਰੇਗਾ, ਪਰ ਉਸਨੂੰ ਤਾਂ ਮੈਥੋਂ ਕੰਮ ਕਰਵਾਉਣ ਦੀ ਜਲਦੀ ਸੀ। ਵਿਆਹ ਦੇ ਕਈ ਦਿਨ ਗੁਜ਼ਰ ਗਏ। ਹੱਥ ਵਿੱਚ ਝਾੜੂ ਮੇਰਾ ਨਸੀਬ ਬਣ ਗਿਆ ਸੀ। ਵਿਆਹ ਤੋਂ ਬਾਅਦ ਕੁੜੀਆਂ ਸਜਦੀਆਂ ਸੰਵਰਦੀਆਂ ਹਨ, ਆਪਣੇ ਪਤੀ ਨਾਲ ਸਮਾਂ ਬਿਤਾਉਂਦੀਆਂ ਹਨ, ਪਰ ਇਹ ਸਭ ਮੇਰੇ ਨਸੀਬ ਵਿੱਚ ਕਿੱਥੇ ਸੀ। ਮੇਰੀ ਕਿਸਮਤ ਵਿੱਚ ਤਾਂ ਘਰ ਦੀ ਸਾਫ਼ ਸਫਾਈ ਕਰਨਾ ਲਿਖਿਆ ਹੋਇਆ ਸੀ। ਮੇਰੀ ਜਠਾਣੀ ਮੇਰੇ ਸਹੁਰੇ ਦੇ ਦੋਸਤ ਦੀ ਕੁੜੀ ਸੀ, ਇਸ ਲਈ ਉਸਦੀ ਤਾਂ ਪਹਿਲਾਂ ਤੋਂ ਹੀ ਜਾਣ ਪਛਾਣ ਸੀ। ਪਰ ਮੈਨੂੰ 11 ਤੋਂ ਵਿਆਹ ਕੇ ਲੈ ਕੇ ਆਏ ਸਨ। ਮੈਂ ਨਵੀਂ ਨਵੇਲੀ ਦੁਲਹਨ, ਘਰ ਦਾ ਸਾਰਾ ਕੰਮ ਕਰਦੀ, ਥੱਕ ਟੁੱਟ ਜਾਂਦੀ ਤੇ ਰਾਤ ਨੂੰ ਪਤੀ ਦੇ ਨਖਰੇ ਉਠਾਉਂਦੀ। ਮੇਰਾ ਪਤੀ ਮੇਰੇ ਨਾਲ ਬਹੁਤ ਸਖਤ ਲਹਿਜੇ ਵਿੱਚ ਗੱਲ ਕਰਦਾ। ਮੈਨੂੰ ਉਸ ਦੇ ਗੁੱਸੇ ਤੋਂ ਡਰ ਲੱਗਦਾ। ਇੱਕ ਦਿਨ ਮੈਂ ਆਪਣੇ ਪਤੀ ਨੂੰ ਕਿਹਾ ਕਿ 3 ਮਹੀਨੇ ਹੋ ਗਏ ਵਿਆਹ ਨੂੰ, ਤੁਸੀਂ ਮੈਨੂੰ ਕਿਤੇ ਘੁਮਾਉਣ ਨਹੀਂ ਲੈ ਕੇ ਗਏ। ਮੇਰਾ ਪਤੀ ਮੇਰੇ ਵੱਲ ਦੇਖ ਕੇ ਰੁੱਖੇ ਸ਼ਬਦਾਂ ਵਿੱਚ ਕਹਿਣ ਲੱਗਿਆ, ਘੁੰਮਣ ਮਤਲਬ ਕਿੱਥੇ ਜਾਣਾ ਹੈ ਘੁੰਮਣ? ਉਸਨੇ ਇੰਨੇ ਗੁੱਸੇ ਨਾਲ ਪੁੱਛਿਆ। ਮੈਂ ਤਾਂ ਡਰ ਗਈ। ਮੈਂ ਕਿਹਾ, ਤੁਸੀਂ ਮੇਰੇ ਨਾਲ ਇੰਨੇ ਗੁੱਸੇ ਵਿੱਚ ਕਿਉਂ ਗੱਲ ਕਰਦੇ ਹੋ? ਉਹ ਕਹਿਣ ਲੱਗਿਆ ਕਿ ਮੇਰਾ ਦਿਮਾਗ ਨਾ ਖਰਾਬ ਕਰ। ਮੈਂ ਸਾਰੇ ਦਿਨ ਦਾ ਥੱਕਿਆ ਟੁੱਟਿਆ ਆਇਆ ਹਾਂ। ਮੈਂ ਆਪਣੇ ਪਤੀ ਦੇ ਪੈਰ ਦਬਾਉਣ ਲੱਗੀ ਤੇ ਸੋਚਣ ਲੱਗੀ ਕਿ ਮੈਂ ਵਿਆਹ ਤੋਂ ਪਹਿਲਾਂ ਬਹੁਤ ਦੁੱਖ ਦੇਖੇ ਹਨ। ਮੈਨੂੰ ਤਾਂ ਪਤੀ ਦਾ ਪਿਆਰ ਤੇ ਸਾਥ ਚਾਹੀਦਾ ਸੀ, ਪਰ ਉਸਨੂੰ ਤਾਂ ਮੇਰੀਆਂ ਅੱਖਾਂ ਵਿੱਚ ਦਰਦ ਨਜ਼ਰ ਹੀ ਨਹੀਂ ਆ ਰਿਹਾ ਸੀ। ਅਸਲ ਵਿੱਚ ਮੇਰੀ ਮਾਂ ਨਹੀਂ ਸੀ। ਮਤਰੇਈ ਮਾਂ ਨਾਲ ਪਲ ਕੇ ਮੈਂ ਜਵਾਨ ਹੋਈ। ਮਤਰੇਈ ਮਾਂ ਮੇਰੇ ਨਾਲ ਬਹੁਤ ਬੁਰਾ ਸਲੂਕ ਕਰਦੀ ਸੀ। ਮੇਰੀ ਉਮਰ ਹਜੇ 20 ਸਾਲ ਦੀ ਸੀ। ਮੇਰੇ ਪਤੀ ਦੀ ਉਮਰ 38 ਸਾਲ ਸੀ। ਮੇਰੀ ਮਤਰੇਈ ਮਾਂ ਨੇ ਮੈਥੋਂ ਪਿੱਛਾ ਛੁਡਾਉਣ ਲਈ ਮੇਰਾ ਵਿਆਹ ਮੈਥੋਂ ਵੱਡੀ ਉਮਰ ਦੇ ਵਿਅਕਤੀ ਨਾਲ ਕਰਵਾ ਦਿੱਤਾ। ਮੈਂ ਪਤੀ ਦੇ ਪਿਆਰ ਦੇ 2 ਬੋਲਾਂ ਨੂੰ ਤਰਸੀ ਪਈ ਸੀ। ਕਾਸ਼ ਮੇਰਾ ਪਤੀ ਮੈਨੂੰ ਪਿਆਰ ਨਾਲ ਬੁਲਾਉਂਦਾ, ਜਿਸ ਨਾਲ ਮੇਰੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ। ਮੈਂ ਸਵੇਰੇ 4 ਵਜੇ ਹੀ ਉੱਠ ਜਾਂਦੀ। ਸਭ ਦਾ ਨਾਸ਼ਤਾ ਬਣਾਉਣ ਦੀ ਜ਼ਿੰਮੇਵਾਰੀ ਮੇਰੀ ਹੀ ਹੁੰਦੀ ਸੀ। ਮੈਂ ਆਪਣਾ ਦਰਦ ਕਿਸੇ ਨੂੰ ਜ਼ਾਹਿਰ ਨਾ ਕਰਦੀ। ਮੈਂ ਬਸ ਆਪਣੇ ਘਰ ਵਿੱਚ ਖੁਸ਼ ਰਹਿਣਾ ਚਾਹੁੰਦੀ ਸੀ, ਆਪਣੇ ਪਤੀ ਦਾ ਪਿਆਰ ਤੇ ਸਾਥ ਚਾਹੁੰਦੀ ਸੀ। ਜਦੋਂ ਕਦੇ ਕੋਈ ਕੰਮ ਲੇਟ ਹੋ ਜਾਂਦਾ ਤਾਂ ਸੱਸ ਤਾਨੇ ਮਾਰ ਦਿੰਦੀ, ਪਰ ਮੈਂ ਆਪਣਾ ਮੂੰਹ ਬੰਦ ਹੀ ਰੱਖਦੀ, ਕਦੇ ਕੋਈ ਜਵਾਬ ਨਾ ਦਿੰਦੀ। ਮੈਨੂੰ ਆਪਣੀ ਹਰ ਛੋਟੀ ਜ਼ਰੂਰਤ ਲਈ ਸੱਸ ਦੇ ਸਾਹਮਣੇ ਹੱਥ ਅੱਡਣਾ ਪੈਂਦਾ, ਕਿਉਂਕਿ ਇਹ ਮੇਰੇ ਪਤੀ ਦਾ ਹੁਕਮ ਸੀ। ਮੈਂ ਅਕਸਰ ਰਾਤ ਨੂੰ ਰੋਂਦੇ ਰੋਂਦੇ ਕੱਢਦੀ, ਪਰ ਖੁੱਲ੍ਹ ਕੇ ਰੋ ਵੀ ਨਾ ਪਾਉਂਦੀ। ਹਮੇਸ਼ਾ ਆਪਣਾ ਮੂੰਹ ਸਿਰਹਾਣੇ ਵਿੱਚ ਦੇ ਕੇ ਰੋਂਦੀ ਸੀ, ਤਾਂ ਕਿ ਮੇਰੇ ਪਤੀ ਦੀ ਨੀਂਦ ਨਾ ਖਰਾਬ ਹੋ ਜਾਵੇ ਤੇ ਫਿਰ ਉਹ ਮੇਰੇ 'ਤੇ ਗੁੱਸਾ ਨਾ ਕਰਨ, ਇੱਧਰ ਉੱਧਰ ਕਰਵਟਾਂ ਬਦਲਦੇ। 3-4 ਵਜੇ ਮੇਰੀ ਅੱਖ ਲੱਗੀ। ਹਜੇ ਸੁੱਤੇ ਥੋੜ੍ਹਾ ਸਮਾਂ ਹੋਇਆ ਸੀ ਕਿ ਮੇਰੀ ਸੱਸ ਦੇ ਚੀਖਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਕਹਿ ਰਹੀ ਸੀ ਕਿ ਮਹਾਰਾਣੀ ਹਜੇ ਤੱਕ ਸੁੱਤੀ ਪਈ ਹੈ, ਨਾਸ਼ਤਾ ਬਣਾਉਣ ਦਾ ਕੋਈ ਹੋਸ਼ ਨਹੀਂ ਹੈ। ਮੇਰੇ ਪਤੀ ਨੇ ਮੈਨੂੰ ਝੰਜੋੜ ਕੇ ਉਠਾਇਆ ਤੇ ਉੱਠ, ਹਜੇ ਤੱਕ ਸੁੱਤੀ ਪਈ ਹੈ, ਤੇਰੇ ਅੰਦਰ ਜ਼ਰਾ ਵੀ ਸ਼ਰਮ ਨਹੀਂ। ਮੇਰਾ ਪਤੀ ਮੈਨੂੰ ਬਹੁਤ ਗੁੱਸੇ ਵਿੱਚ ਉਠਾ ਰਿਹਾ ਸੀ। ਮੈਂ ਉੱਠ ਖੜ੍ਹੀ ਹੋਈ। ਆਪਣਾ ਦੁੱਖ ਕਿਸ ਨੂੰ ਦੱਸਦੀ, ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸੀ, ਇੱਥੋਂ ਤੱਕ ਮੇਰੇ ਪਤੀ ਨੂੰ ਵੀ ਨਹੀਂ। ਮੈਂ ਮਰ ਜਾਵਾਂ ਜਾਂ ਜਿਉਵਾਂ। ਮੈਂ ਚੁੱਪ ਕਰਕੇ ਰਸੋਈ ਵਿੱਚ ਗਈ ਤੇ ਮਸਾਂ ਸਾਰਾ ਕੰਮ ਕੀਤਾ। ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ। ਮੇਰੇ ਵਿਆਹ ਨੂੰ 3 ਸਾਲ ਹੋ ਗਏ ਸਨ। ਹਜੇ ਤੱਕ ਕੋਈ ਬੱਚਾ ਵੀ ਨਹੀਂ ਹੋਇਆ ਸੀ। ਇਹਨਾਂ 3 ਸਾਲਾਂ ਵਿੱਚ ਮੈਂ ਇੱਕ ਵੀ ਸਾਹ ਚੈਨ ਦਾ ਨਹੀਂ ਲਿਆ ਸੀ। ਮੇਰਾ ਪਤੀ ਦਿਨ ਬ ਦਿਨ ਮੈਥੋਂ ਦੂਰੀ ਬਣਾ ਰਿਹਾ ਸੀ। ਔਲਾਦ ਨਾ ਹੋਣ ਕਰਕੇ ਤਾਨੇ ਹੁਣ ਮੈਨੂੰ ਦਿਨ ਰਾਤ ਸੁਣਨ ਨੂੰ ਮਿਲਦੇ ਸਨ। ਇੱਕ ਡਰ ਮੈਨੂੰ ਸਤਾਉਣ ਲੱਗਿਆ ਕਿ ਕਿਤੇ ਮੇਰਾ ਪਤੀ ਬੱਚੇ ਦੀ ਚਾਹਤ ਵਿੱਚ ਦੂਜਾ ਵਿਆਹ ਨਾ ਕਰਵਾ ਲਵੇ। ਫਿਰ ਮੇਰਾ ਡਰ ਸਹੀ ਸਾਬਿਤ ਹੋਇਆ। ਮੇਰੇ ਸਸੁਰਾਲ ਵਿੱਚ ਮੇਰੇ ਪਤੀ ਦੇ ਦੂਜੇ ਵਿਆਹ ਦੀ ਚਰਚਾ ਸ਼ੁਰੂ ਹੋ ਗਈ। ਮੇਰੀ ਸੱਸ ਕਹਿ ਰਹੀ ਸੀ ਕਿ ਇਹ ਤਾਂ ਬਾਂਝ ਹੈ, ਤੈਨੂੰ ਬੱਚਾ ਨਹੀਂ ਦੇ ਸਕਦੀ, ਇਸ ਲਈ ਤੂੰ ਦੂਜਾ ਵਿਆਹ ਕਰਵਾ ਲੈ। ਮੈਂ ਸਮਝ ਗਈ ਕਿ ਕੋਈ ਕਿਆਮਤ ਮੇਰੇ ਸਿਰ ਟੁੱਟਣ ਵਾਲੀ ਹੈ। ਮੈਨੂੰ ਤਾਂ ਇਹ ਵੀ ਡਰ ਸੀ ਕਿ ਕਿਤੇ ਮੈਨੂੰ ਘਰੋਂ ਹੀ ਨਾ ਕੱਢ ਦੇਣ। ਜਿਵੇਂ ਮਰਜ਼ੀ ਸੀ, ਪਤੀ ਮੈਨੂੰ ਰਹਿਣ ਲਈ ਠਿਕਾਣਾ ਤਾਂ ਮਿਲਿਆ ਹੋਇਆ ਸੀ। ਦਰ ਦੀਆਂ ਠੋਕਰਾਂ ਖਾਣ ਨਾਲੋਂ ਤਾਂ ਪਤੀ ਦਾ ਘਰ ਹੀ ਚੰਗਾ ਸੀ, ਪਰ ਮੈਂ ਕੀ ਕਰ ਸਕਦੀ ਸੀ। ਅੱਖਾਂ ਵਿੱਚ ਹੰਝੂ, ਬੁੱਲ੍ਹ ਖਾਮੋਸ਼ ਸੀ, ਰੱਬ ਤੋਂ ਆਪਣੀਆਂ ਖੁਸ਼ੀਆਂ ਦੀ ਭੀਖ ਮੰਗ ਰਹੀ ਸੀ। ਫਿਰ ਇੱਕ ਦਿਨ ਮੇਰੇ ਪਤੀ ਨੂੰ ਦੇਖਣ ਕੁੜੀ ਵਾਲੇ ਆ ਗਏ। ਮੇਰੀ ਸੱਸ ਨੇ ਮੈਨੂੰ ਕਿਹਾ,
ਕਿ ਖਾਣਾ ਬਣਾ ਕੇ ਕਮਰੇ ਵਿੱਚ ਚਲੀ ਜਾਵੀਂ, ਮਹਿਮਾਨਾਂ ਦੇ ਸਾਹਮਣੇ ਆਉਣ ਦੀ ਜ਼ਰੂਰਤ ਨਹੀਂ ਹੈ, ਤੇਰਾ ਉਹਨਾਂ ਨਾਲ ਕੋਈ ਮਤਲਬ ਨਹੀਂ ਹੈ। ਮੈਨੂੰ ਵੀ ਉਹਨਾਂ ਨੂੰ ਮਿਲਣ ਦਾ ਕੋਈ ਸ਼ੌਂਕ ਨਹੀਂ ਸੀ। ਮੈਂ ਖਾਣਾ ਬਣਾ ਕੇ ਆਪਣੇ ਕਮਰੇ ਵਿੱਚ ਚਲੀ ਆਈ। ਜਦੋਂ ਦੀ ਮੇਰੀ ਮਾਂ ਇਸ ਦੁਨੀਆ ਤੋਂ ਗਈ ਸੀ, ਮੈਂ ਆਪਣਾ ਦਰਦ ਛੁਪਾਉਣਾ ਸਿੱਖ ਲਿਆ ਸੀ। ਦੂਸਰਿਆਂ ਸਾਹਮਣੇ ਚਿਹਰੇ 'ਤੇ ਮੁਸਕਰਾਹਟ ਰੱਖਦੀ ਸੀ, ਪਰ ਆਪਣੀ ਮਾਂ ਨੂੰ ਹਮੇਸ਼ਾ ਯਾਦ ਕਰਕੇ ਰੋ ਲਿਆ ਕਰਦੀ ਸੀ। ਜੇ ਅੱਜ ਉਹ ਮੇਰੇ ਕੋਲ ਹੁੰਦੀ ਤਾਂ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਇੰਨੇ ਦੁੱਖ ਨਾ ਮੈਨੂੰ ਸਹਿਣੇ ਪੈਂਦੇ। ਕੁਝ ਦਿਨਾਂ ਬਾਅਦ ਮੇਰੇ ਪਤੀ ਦਾ ਦੂਜਾ ਵਿਆਹ ਹੋ ਗਿਆ। ਹੁਣ ਉਹ ਆਪਣੇ ਕਮਰੇ ਵਿੱਚ ਨਵੀਂ ਪਤਨੀ ਨਾਲ ਰਹਿੰਦੇ, ਜਿਸ ਵਿੱਚ ਕਦੇ ਮੈਂ ਰਹਿੰਦੀ ਸੀ। ਹੁਣ ਮੈਨੂੰ ਇੱਕ ਛੋਟਾ ਜਿਹਾ ਕਮਰਾ ਦੇ ਦਿੱਤਾ ਗਿਆ। ਹੁਣ ਤਾਂ ਮੇਰਾ ਹਾਲ ਨੌਕਰਾਣੀ ਤੋਂ ਵੀ ਬੁਰਾ ਹੋ ਗਿਆ ਸੀ। ਮੇਰਾ ਪਤੀ ਆਪਣੀ ਦੂਜੀ ਪਤਨੀ ਨਾਲ ਖੁਸ਼ ਸੀ। ਉਸ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ, ਉਸਨੂੰ ਘੁਮਾਉਣ ਵੀ ਲੈ ਜਾਂਦਾ। ਪਤਾ ਨਹੀਂ ਮੇਰੀ ਹੀ ਕਿਸਮਤ ਕਿਉਂ ਖਰਾਬ ਸੀ। ਨਾ ਮਾਂ ਪਿਓ ਦੇ ਘਰ ਖੁਸ਼ੀ ਮਿਲੀ ਅਤੇ ਨਾ ਹੀ ਪਤੀ ਦੇ ਘਰ ਖੁਸ਼ੀਆਂ ਨਸੀਬ ਹੋਈਆਂ। ਮੇਰਾ ਉਹੀ ਕੰਮ ਦਿਨ ਭਰ ਸਭ ਦਾ ਖਿਆਲ ਰੱਖਣਾ, ਪਰ ਮੇਰਾ ਖਿਆਲ ਰੱਖਣ ਵਾਲਾ ਕੋਈ ਨਹੀਂ ਸੀ। ਹੁਣ ਮੈਂ ਹੌਲੀ-ਹੌਲੀ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਲੱਗੀ ਸੀ। ਜਦੋਂ ਦਿਲ ਪਰੇਸ਼ਾਨ ਹੋਵੇ, ਖੁਰਾਕ ਵੀ ਚੰਗੀ ਨਾ ਹੋਵੇ ਤਾਂ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ। ਮੈਂ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ। ਮੇਰੇ ਸਿਰ ਵਿੱਚ ਦਰਦ ਰਹਿਣ ਲੱਗਿਆ ਸੀ, ਪਰ ਅਜਿਹੀ ਹਾਲਤ ਦੇ ਬਾਵਜੂਦ ਵੀ ਮੈਂ ਘਰ ਦੇ ਸਾਰੇ ਕੰਮ ਮੈਨੂੰ ਹੀ ਕਰਨੇ ਪੈਂਦੇ ਸਨ। ਮੇਰੇ ਪਤੀ ਨੂੰ ਮੇਰਾ ਕੋਈ ਧਿਆਨ ਨਹੀਂ ਸੀ। ਉਹ ਤਾਂ ਆਪਣੀ ਦੂਜੀ ਪਤਨੀ ਦੇ ਸਾਰੇ ਨਖਰੇ ਉਠਾਉਣ ਵਿੱਚ ਵਿਅਸਤ ਸੀ। ਮੇਰੀ ਤਾਂ ਕੋਈ ਇੱਜ਼ਤ ਹੀ ਨਹੀਂ ਸੀ। ਮੈਨੂੰ ਤਾਂ ਫਾਲਤੂ ਸਮਾਨ ਸਮਝਿਆ ਜਾਂਦਾ ਸੀ। ਹੁਣ ਤਾਂ ਮੇਰੇ ਅੰਦਰ ਦੁੱਖ ਸਹਿਣ ਦੀ ਵੀ ਹਿੰਮਤ ਨਹੀਂ ਬਚੀ ਸੀ। ਹੌਲੀ-ਹੌਲੀ ਮੈਂ ਮੌਤ ਦੇ ਕਰੀਬ ਜਾ ਰਹੀ ਸੀ। ਇੱਕ ਰਾਤ ਮੈਂ ਕਮਰੇ ਵਿੱਚ ਪਈ ਸੀ। ਸਿਰ ਵਿੱਚ ਬਹੁਤ ਤੇਜ਼ ਦਰਦ ਸੀ। ਕਿਸੇ ਵੀ ਪਲ ਚੈਨ ਨਹੀਂ ਆ ਰਿਹਾ ਸੀ। ਦਰਦ ਵੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ। ਮੈਂ ਆਪਣੇ ਪਤੀ ਨੂੰ ਬਹੁਤ ਆਵਾਜ਼ਾਂ ਦਿੱਤੀਆਂ, ਪਰ ਉਹ ਤਾਂ ਆਪਣੇ ਕਮਰੇ ਵਿੱਚ ਆਪਣੀ ਦੂਜੀ ਪਤਨੀ ਨਾਲ ਸੀ। ਮੇਰੀ ਆਵਾਜ਼ ਕਿੱਥੇ ਸੁਣਨੀ ਸੀ। ਮੈਂ ਉੱਥੇ ਹੀ ਜ਼ਮੀਨ 'ਤੇ ਡਿੱਗ ਪਈ। ਮੇਰੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ, ਪਰ ਰੱਬ ਨੇ ਮੇਰੀ ਆਵਾਜ਼ ਸੁਣ ਲਈ ਅਤੇ ਮੈਨੂੰ ਆਪਣੇ ਕੋਲ ਬੁਲਾ ਲਿਆ। ਮੈਂ ਇੱਕ ਸਕੂਨ ਭਰੀ ਨੀਂਦ ਸੌਂ ਚੁੱਕੀ ਸੀ। ਇਹ ਦੁਨੀਆ ਛੱਡ ਕੇ ਜਾ ਚੁੱਕੀ ਸੀ। ਸਵੇਰੇ ਮੇਰੀ ਸੱਸ ਚੀਖ ਰਹੀ ਸੀ, ਮਹਾਰਾਣੀ ਹਜੇ ਤੱਕ ਸੁੱਤੀ ਪਈ ਹੈ, ਨਾਸ਼ਤਾ ਵੀ ਨਹੀਂ ਬਣਾਇਆ। ਮੇਰਾ ਪਤੀ ਵੀ ਆਪਣੀ ਪਤਨੀ ਨਾਲ ਨਾਸ਼ਤੇ ਦਾ ਇੰਤਜ਼ਾਰ ਕਰ ਰਿਹਾ ਸੀ। ਮੇਰੀ ਸੱਸ ਦਰਵਾਜ਼ੇ 'ਤੇ ਬੋਲ ਕੇ ਚਲੀ ਗਈ, ਪਰ ਕਮਰੇ ਅੰਦਰ ਨਾ ਆਈ। ਮੇਰੇ ਪਤੀ ਨੂੰ ਜਾ ਕੇ ਕਹਿਣ ਲੱਗੀ, ਮਨਹੂਸ ਹਜੇ ਤੱਕ ਸੁੱਤੀ ਪਈ ਹੈ। ਦੁਪਹਿਰ ਤੱਕ ਕਮਰੇ ਵਿੱਚ ਕੋਈ ਨਾ ਆਇਆ। ਫਿਰ ਮੇਰੀ ਸੱਸ ਕਮਰੇ ਵਿੱਚ ਆਈ ਤਾਂ ਮੈਨੂੰ ਜ਼ਮੀਨ 'ਤੇ ਡਿੱਗੀ ਦੇਖ ਕੇ ਰੌਲਾ ਪਾਉਣ ਲੱਗੀ ਤਾਂ ਸਾਰੇ ਇਕੱਠੇ ਹੋ ਗਏ। ਮੇਰਾ ਸਰੀਰ ਆਕੜ ਚੁੱਕਿਆ ਸੀ। ਹੰਝੂ ਵੀ ਗੱਲ੍ਹਾਂ 'ਤੇ ਸੁੱਕ ਚੁੱਕੇ ਸਨ। ਮੇਰਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਪਰ ਉਸ ਘਰ ਵਿੱਚ ਅਜਿਹਾ ਕੋਈ ਨਹੀਂ ਸੀ ਜਿਸ ਦੀ ਅੱਖ ਵਿੱਚ ਇੱਕ ਵੀ ਹੰਝੂ ਆਇਆ ਹੋਵੇ। ਅਗਲੇ ਦਿਨ ਸਾਰੇ ਆਪਣੇ ਕੰਮਾਂ ਵਿੱਚ ਬਿਜ਼ੀ ਹੋ ਗਏ, ਜਿਵੇਂ ਘਰ ਵਿੱਚ ਕੁਝ ਹੋਇਆ ਹੀ ਨਾ ਹੋਵੇ। ਮੈਂ ਆਪਣੇ ਪਤੀ ਦੇ ਪਿਆਰ ਦੇ 2 ਬੋਲਾਂ ਨੂੰ ਤਰਸਦੀ ਹੀ ਮਰ ਗਈ। ਕਾਸ਼ ਮੇਰਾ ਪਤੀ ਮੇਰਾ ਦਰਦ ਸਮਝਦਾ ਤਾਂ ਸ਼ਾਇਦ ਮੈਂ ਸਕੂਨ ਨਾਲ ਮਰ ਸਕਦੀ। ਮੈਂ ਆਪਣੇ ਨਸੀਬ ਤੋਂ ਹਾਰ ਗਈ ਸੀ। ਮੇਰੀ ਕਿਸਮਤ ਵਿੱਚ ਖੁਸ਼ੀਆਂ ਲਿਖਣੀਆਂ ਸ਼ਾਇਦ ਰੱਬ ਭੁੱਲ ਹੀ ਗਿਆ ਸੀ। ਨਾ ਜਾਣੇ ਕਿੰਨੀਆਂ ਪਤਨੀਆਂ ਅਜਿਹੀਆਂ ਹੋਣਗੀਆਂ ਜੋ ਆਪਣੇ ਹਮਸਫ਼ਰ ਦੀ ਬੇਰੁਖੀ 'ਤੇ ਜ਼ਿੰਦਗੀ ਜਿਉ ਰਹੀਆਂ ਹੋਣਗੀਆਂ, ਜੋ ਦਰਦ ਸਹਿੰਦੇ ਹੋਏ ਵੀ ਕੋਈ ਸ਼ਿਕਾਇਤ ਨਹੀਂ ਕਰਦੀਆਂ। ਇੱਕ ਕੁੜੀ ਆਪਣਾ ਸਭ ਕੁਝ ਛੱਡ ਕੇ ਆਪਣੇ ਪਤੀ ਦੇ ਭਰੋਸੇ ਸਸੁਰਾਲ ਆਉਂਦੀ ਹੈ। ਜੇ ਉਸਨੂੰ ਪਤੀ ਦਾ ਪਿਆਰ ਨਾ ਮਿਲੇ ਤਾਂ ਉਹ ਅੰਦਰੋਂ ਟੁੱਟ ਜਾਂਦੀ ਹੈ। ਪਤੀ ਦੇ ਪਿਆਰ ਬਿਨਾਂ ਇੱਕ ਔਰਤ ਅਧੂਰੀ ਹੁੰਦੀ ਹੈ। ਉਸ ਦਾ ਧਿਆਨ ਰੱਖਣਾ ਪਤੀ ਦੀ ਜ਼ਿੰਮੇਵਾਰੀ ਹੁੰਦੀ ਹੈ, ਜੋ ਆਪਣਾ ਸਭ ਕੁਝ ਛੱਡ ਕੇ ਸਸੁਰਾਲ ਆਉਂਦੀ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।